सगली उलट पई लोकाई, सगली उलट पई लोकाई। वाहिगुरु वाहिगुरु वाहिगुरु। ਸਭ ਤੇ ਵੱਡਾ ਸਤਿਗੁਰ ਨਾਨਕ। ਇਹ ਪ੍ਰਸੰਗ ਅੱਜ ਮੋੜ ਫਿਰ ਸ਼ੁਰੂ ਕਰੀਏ ਜੀ। ਜਾਹਰਾ ਰੱਬ ਨੇ, ਪ੍ਰਤੱਖ ਰੱਬ ਨੇ ਹੁਕਮ ਦਿੱਤਾ, ਗੁਰੂ ਨਾਨਕ ਜੀ ਪੁੱਤਰ ਤੇ ਇਸਤਰੀ ਵਿਲਪਦੇ ਛੱਡ ਕੇ ਆਪਣੇ ਪ੍ਰਤੱਖ ਰੱਬ ਦੀ ਆਗਿਆ ਪਾਲਣ 5 ਵੇਰ ਸਾਰੇ ਸੰਸਾਰ ਵਿੱਚ ਫੇਰੇ ਮਾਰਦੇ ਹਨ। ਦੂਰ ਤੋਂ ਦੂਰ ਜਾਂਦੇ ਹਨ, ਖੇਦ ਸਹਿੰਦੇ ਹਨ, ਪ੍ਰਤੱਖ ਮਾਲਕ ਦਾ ਪ੍ਰੇਮ ਸੋਹਿਲਾ ਸੁਣਾਉਂਦੇ ਹਨ। ਕੈਸਾ ਉੱਚਾ ਤੇ ਕੈਸਾ ਸੱਚੇ ਤੋਂ ਸੱਚਾ ਯਕੀਨ ਹੈ। ਹੁਣ ਆਓ ਉਹਨਾਂ ਦੇ ਕਮਾਲ ਵੱਲ। ਰੱਬ ਹੈ, ਮੁਹੰਮਦ ਵਿੱਚ ਵੀ ਇਸ ਦਾ ਪਤਾ ਮਿਲਦਾ ਹੈ, ਪਰ ਗੁਰੂ ਨਾਨਕ ਲਈ ਰੱਬ ਹੈ ਲਗਾਤਾਰੀ ਲਗਾਓ ਸੀ ਤੇ ਇੱਕ ਰਸੀ ਯਕੀਨ ਸੀ। ਇਹ ਯਕੀਨ ਕੋਈ ਰੁਝੇਵਾਂ, ਕੋਈ ਨੀਂਦ, ਕੋਈ ਕੰਮ, ਕੋਈ ਦੁੱਖ ਨਹੀਂ ਸੀ ਜੋ ਭੁਲਾਵੇ ਜਾਂ ਕਿਸੇ ਵੇਲੇ ਭੁਲਾਵੇ। ਊਠਤ ਬੈਠਤ, ਸੋਵਤ, ਮਾਰਗ ਚਲਤ, ਦਮ ਬਦਮ ਲਗਾਤਾਰ ਇੱਕ ਰਸੀ ਯਕੀਨ ਸੀ। ਅਹਿਲ, ਅਟੁੱਟ, ਕਾਲ ਰਹਿਤ, ਸਦਾ ਜਾਗਦੀ ਰੂਹ ਵਿੱਚ ਟਿਕਿਆ ਸਿਦਕ ਸੀ। ਸਭਨਾ ਅਵਤਾਰਾਂ ਪੈਗੰਬਰਾਂ ਵਿੱਚ ਸ਼ੁਭ ਗੁਣ ਸੀ, ਪਰ ਪਰਮੇਸ਼ਰ ਨਾਲ ਦਿਲ ਨੂੰ, ਸੁਰਤ ਨੂੰ ਲਗਾਤਾਰ ਲਗਾਈ ਰੱਖਣਾ, ਉਸ ਨਾਲੋਂ ਸਾਡੇ ਮਨ ਦਾ ਵਿੱਥ ਨਾ ਪਾ ਜਾਣਾ, ਫੇਰ ਗ੍ਰਸਥ ਵਿੱਚ ਰਹਿਣਾ, ਫਰਜ਼ ਪਾਲਣੇ, ਇਹ ਵਿਸ਼ੇਸ਼ਤਾ ਗੁਰੂ ਨਾਨਕ ਵਿੱਚ ਸੀ। ਕਾਲ ਤੇ ਫਤਿਹ ਪਾਈ ਤਾਂ ਇਸ ਲਗਾਤਾਰਤਾ ਨਾਲ ਗੁਰੂ ਨਾਨਕ ਨੇ ਪਾਈ। ਦੇਸ਼ ਭਾਵ ਸਪੇਸ ਤੇ ਜੇ ਫਤਿਹ ਪਾਈ ਤਾਂ ਗੁਰੂ ਨਾਨਕ ਨੇ ਲਗਾਤਾਰ ਆਪਣੇ ਧਿਆਨ ਨੂੰ ਸਾਈਂ ਹੈ ਦੇ ਇਸ ਨੁਕਤੇ ਤੇ ਲਾਈ ਰੱਖ ਕੇ ਤੇ ਇਥੋਂ ਧਿਆਨ ਨੂੰ ਹੋਰ ਤੇ ਜਾਣ ਦੇਣ ਦੀ ਆਗਿਆ ਨਾ ਦੇ ਕੇ ਕਾਰਨ ਤੇ ਕਾਰਜ ਦੇ ਸਿਲਸਿਲੇ ਨਿਮਿਤ ਦੇ ਝਗੜੇ ਨੂੰ ਗੁਰੂ ਨਾਨਕ ਨੇ ਜਿੱਤਿਆ। ਲਗਾਤਾਰ ਰਜਾ ਵਿੱਚ ਰਹਿ ਕੇ ਤੇ ਆਪਣੇ ਧਿਆਨ ਨੂੰ ਨਿਰੇ ਰੱਬ ਤੇ ਕਾਇਮ ਰੱਖ ਕੇ ਹਰ ਭਾਣੇ, ਹਰ ਹੋਣੀ, ਹਰ ਵਾਕਿਆ ਨੂੰ ਸਾਈਂ ਵੱਲੋਂ ਸਮਝ ਕੇ ਗੁਰੂ ਨਾਨਕ ਦੇਵ ਜੀ ਦਾ ਯਕੀਨ ਲਗਾਤਾਰੀ ਯਕੀਨ ਸੀ, ਕਾਲ ਰਹਿਤ ਯਕੀਨ ਸੀ। ਇਸ ਕਰਕੇ ਅਮਰ ਯਕੀਨ ਸੀ, ਕਾਲ ਰਹਿਤ ਯਕੀਨ ਸੀ। ਇਸ ਗੁਰੂ ਨਾਨਕ ਦੇਵ ਜੀ ਦਾ ਯਕੀਨ ਸਿਦਕ ਭਰੋਸੇ ਦਾ, ਕਮਾਲਾਂ ਦਾ ਕਮਾਲ, ਧੁਰ ਉੱਚੀ ਚੋਟੀ ਦਾ ਕਮਾਲ ਸੀ। ਇਸ ਤੋਂ ਛੁੱਟ ਗੁਰੂ ਨਾਨਕ ਜੀ ਨੇ ਬਦੀ ਦਾ ਰੱਬ ਸ਼ੈਤਾਨ ਨੂੰ ਨਹੀਂ ਮੰਨਿਆ। ਪਰਮੇਸ਼ਰ ਨੂੰ ਜੈਸਾ ਕਿ ਅਸੀਂ ਦੱਸ ਆਏ ਹਾਂ ਪੀੜ੍ਹੀਆਂ ਤੱਕ ਗੈਰਤ ਰੱਖਣ ਵਾਲਾ ਨਹੀਂ ਕਿਹਾ। ਇਸ ਦੇ ਨਾਲ ਹੀ ਸਾਈਂ ਨੂੰ ਜੱਬਾਰ ਤੇ ਕਹਾਰ ਨਹੀਂ ਆਖਿਆ। ਹੋਰ ਤਮਾਸ਼ਾ ਹੈ ਕਿ ਆਪਣੇ ਰੱਬ ਨੂੰ ਤੇਜ ਪ੍ਰਤਾਪ ਵਾਲਾ, ਜਲਾਲ ਤੇ ਜਮਾਲ ਦੋਹਾਂ ਖੂਬਸੂਰਤੀਆਂ ਵਾਲਾ ਵੇਖਿਆ ਹੈ, ਪਰ ਉਸ ਦੇ ਜਲਾਲ ਦੇ ਹੇਠ ਸੱਚ ਤੇ ਨਿਆਂ ਡਿੱਠਾ ਹੈ। ਪਰ ਪਿਆਰ ਦੇ ਪੁੰਜ ਹੋਣ ਕਰਕੇ ਰਹਿਮ ਵਾਲਾ, ਮੇਰਾ ਵਾਲਾ ਨਹੀਂ ਨਹੀਂ, ਸਦਾ ਨਦਰੀ ਤੇ ਨਦਰ ਨਾਲ ਨਿਹਾਲ ਕਰਨ ਵਾਲਾ ਕਹਿ ਕੇ ਆਖਿਆ ਤੇ ਦੁਹਾਈ ਦਿੱਤੀ। ਜੈਸੇ ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆ ਕਰ ਇਕੱਠੇ, ਏਕ ਰਤੀਲੇ ਪਾਹੇ। ਆਸਾ ਮਹੱਲਾ ਪਹਿਲਾ। ਰੱਬ ਪਾਪ ਬਖਸ਼ਦਾ ਹੈ। ਮਾਤਾ ਪਿਤਾ ਜੋ ਹੋਇਆ, ਜਿਵੇਂ ਲੱਖਾਂ ਮਣ ਲੱਕੜੀ ਇੱਕ ਰਤੀ ਅੱਗ ਨਾਲ ਸੜ ਜਾਂਦੀ ਹੈ,
ਤਿਵੇਂ ਉਸ ਦੀ ਹਜ਼ੂਰੀ ਲੱਖਾਂ ਪਾਪਾਂ ਨੂੰ ਸਾੜਦੀ ਹੈ। ਗੁਰੂ ਨਾਨਕ ਨੇ ਹਉ ਰਹਿਤ ਹੋਣ ਕਰਕੇ ਨਿੱਜ ਨੂੰ ਸ੍ਰਿਸ਼ਟੀ ਦਾ ਸਿਫਾਰਸ਼ੀ ਵੀ ਨਹੀਂ ਕਿਹਾ। ਮਹਾਂਪੁਰਖਾਂ ਦਾ ਪੈਗੰਬਰ ਤੇ ਅਵਤਾਰਾਂ ਦਾ ਇਹ ਵੀ ਇੱਕ ਪ੍ਰੇਮ ਹੈ ਕਿ ਅਸੀਂ ਵਾਹਿਗੁਰੂ ਪਾਸ ਸਿਫਾਰਿਸ਼ ਕਰਾਂਗੇ, ਪਰ ਇਸ ਵਿੱਚ ਕਦੇ ਲੇਸ਼ ਮਾਤਰ ਹਉ ਰਹਿ ਜਾਂਦੀ ਹੈ। ਉੱਚੀਆਂ ਅਟਾਰੀਆਂ ਦੇ ਰਹਿਣ ਵਾਲੇ ਗੁਰੂ ਨਾਨਕ ਦੇਵ ਜੀ ਨੇ ਸਾਡੇ ਲਈ 71-72 ਬਰਸ ਸੂਲੀ ਤੇ ਜੀਵਨ ਬਿਤਾਇਆ। ਸਾਡੇ ਪਰ ਸਭ ਕੁਝ ਵਾਰਿਆ ਰੱਬ ਦੇ ਪਿਆਰ ਭਰੋਸੇ। ਸਿਦਕ ਵਿੱਚ ਪੁੱਤਰਾਂ ਦੇ ਲਾਭ ਵਾਰ ਘੱਤੇ ਤੇ ਰੱਬੀ ਯਕੀਨ ਵਾਲੇ ਸਿੱਖ ਨੂੰ ਸਭ ਕੁਝ ਦੇ ਦਿੱਤਾ। ਉੱਚੀ ਤੋਂ ਉੱਚੀ ਸਿਫਾਰਿਸ਼ ਇਹ ਹੈ, ਇਸ ਕਮਾਲਾਂ ਦੇ ਕਮਾਲ ਹਉ ਦੇ ਅਭਾਵ ਵਿੱਚ ਰਹਿ ਕੇ ਸਾਡੇ ਲਈ ਅਰਦਾਸ ਕੀਤੀ। ਕਹਿ ਨਾਨਕ ਜੀ ਵਾਲੇ ਜੀਆ, ਜਹ ਭਾਵੇ ਤਹ ਰਾਖ ਤੁਹੀ। ਆਸਾ ਮਹੱਲਾ ਪਹਿਲਾ। ਤੀਜੇ ਜਾਮੇ ਫਰਮਾਇਆ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਜਿਤ ਦੁਆਰੇ ਉਬਰੈ, ਤਿਤੈ ਲਿਹੋ ਉਬਾਰ। ਵਾਰ ਬਿਲਾਵਲ ਮਹੱਲਾ ਤੀਜਾ। ਫੇਰ ਆਪ ਕਿਸ ਅਵਸਥਾ ਵਿੱਚ ਰਹੇ। ਹੋਦਾ ਫੜਿਆਗ ਨਾਨਕ ਜਾਣ, ਨਾ ਹੋ ਨਾ ਮੈਂ ਜੂਨੀ ਪਾਣ। ਵਾਰ ਮਲਾਰ ਮਹੱਲਾ ਪਹਿਲਾ। ਸ਼ੇਖ ਬ੍ਰਹਮ ਫਰੀਦ ਸਾਨੀ ਨੂੰ ਐਸੇ ਭਗਤ ਦੀ ਤਲਾਸ਼ ਸੀ ਜੋ ਆਪ ਹੋਂ ਤੋਂ ਅਣਹੋਂਦ ਹੋ ਗਿਆ ਹੋਵੇ, ਉਹ ਆਪ ਵੰਡ ਕੇ ਮੈਨੂੰ ਦੇਵੇ। ਮਤ ਹੋਦੀ ਹੋਏ ਇਆਣਾ, ਤਾਣ ਹੋਦੇ ਹੋਏ ਨਿਤਾਣਾ। ਅਣਹੋਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਇਸ ਆਦਰਸ਼ਕ ਮਹਾਂਪੁਰਖ ਦੀ ਤਲਾਸ਼ ਸੀ ਫਰੀਦ ਸਾਨੀ ਸ਼ੇਖ ਇਬਰਾਹਿਮ ਨੂੰ। ਜਦੋਂ ਗੁਰੂ ਨਾਨਕ ਜੀ ਉਸ ਨੂੰ ਮਿਲੇ ਤੇ ਠੰਡ ਪੈ ਗਈ। ਫੇਰ ਕਿਹਾ, ਗੁਰੂ ਜੀ ਨੇ ਸਿੱਖਾਂ ਨੂੰ ਆਪਣੀ ਮਦਦ ਦੇਣੋਂ ਸਿਰ ਫੇਰ ਕੇ ਜਗਿਆਸੂ ਮਨ ਨੂੰ ਨਿਰਾਸਤਾ ਵਿੱਚ ਸਿੱਟ ਦਿੱਤਾ। ਨਹੀਂ ਨਹੀਂ, ਆਪ ਨੇ ਫਰਮਾਇਆ, ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ। ਗੁਰ ਪੀਰ ਹਾਮਾ ਤਾਂ ਪਰੇ, ਜਾ ਮੁਰਦਾਰ ਨਾ ਖਾਏ। ਵਾਰ ਮਾਝ ਮਹੱਲਾ ਪਹਿਲਾ। ਗੁਰੂ ਹਾਮੇ ਭਰੇਗਾ, ਤੁਹਾਡਾ ਸਹਾਈ ਹੋਵੇਗਾ, ਪਰ ਤਾਂ ਜੇ ਮੁਰਦਾਰ ਨਾ ਖਾਓਗੇ। ਗੁਰੂ ਜੀ ਉੱਚੀ ਤੋਂ ਉੱਚੀ ਇਕਲਾਖੀ ਪਵਿੱਤਰਤਾ ਤੇ ਧਰਮ ਦੀ ਨੀਂਹ ਰੱਖ ਕੇ ਉਸ ਨੂੰ ਰੂਹਾਨੀਅਤ ਦੀ ਉਰਧ ਗਮਤਾ ਵਿੱਚ ਲੈ ਜਾਂਦੇ ਹਨ। ਭਾਵ ਉੱਚਾ ਲੈ ਜਾਂਦੇ ਹਨ। ਮਨ ਨੂੰ ਪਵਿੱਤਰ ਕਰਕੇ ਰੂਹਾਨੀ ਮੰਡਲਾਂ ਵਿੱਚ ਜਾ ਜੋੜਦੇ ਹਨ। ਸੋ ਜਿਵੇਂ ਸ਼ੇਖ ਬ੍ਰਹਮ ਫਰੀਦ ਨੂੰ ਸਤਿਗੁਰਾਂ ਨੇ ਅਨਹੋਂਦਾ ਆਪ ਵੰਡਾ ਕੇ ਨਿਹਾਲ ਕੀਤਾ, ਉਸੇ ਤਰ੍ਹਾਂ ਸਾਨੂੰ ਸਾਰੇ ਜਗਤ ਨੂੰ ਆਪੇ ਨੂੰ ਆਪੇ ਤੋਂ ਅਣਹੋਂਦ ਕੀਤਾ ਹੋਇਆ ਆਪਾ ਗੁਰੂ ਜੀ ਨੇ ਦੇ ਦਿੱਤਾ। ਰੱਬ ਦੇ ਦਿੱਤਾ, ਆਪਣਾ ਸੱਚਾ ਸਿੱਖ ਦੇ ਦਿੱਤਾ ਅਤੇ ਸਿੱਖੀ ਦੇ ਦਿੱਤੀ। ਹਾਂ ਜੀ, ਗੁਰੂ ਜੀ ਨੇ ਜੀਵਨ ਦਾ ਖਾਸ ਕਮਾਲ, ਵਿਸ਼ੇਸ਼ ਲੱਖਣ ਅੱਲਾ ਦੇ ਯਕੀਨ ਵਿੱਚ ਇਸ ਕਮਾਲ ਦਾ ਹੈ ਕਿ ਉਹਨਾਂ ਦਾ ਯਕੀਨ, ਲਗਾਤਾਰ ਭਗਤੀ, ਲਗਾਤਾਰ ਯਾਦ, ਹਜ਼ੂਰੀ ਵਾਸ ਹੈ। ਤੇ ਸਾਨੂੰ ਆਖਿਆ, ਸਿੱਖੋ ਰੱਬ ਨਾਲ ਲੱਗੇ ਰਹੋ। 8 ਦਿਨੀ ਇੱਕ ਵਾਰ ਨਹੀਂ, ਹਰ ਦਿਨ ਸਵੇਰੇ ਸੰਧਿਆ ਨੂੰ, ਨਹੀਂ
हर दिन 5 बार नहीं पर लगातार। जैसे रात दे है हर नाओ मन वसाइए, सूही महला पहला। हरदम अरदास करो, दिली लगाओ अनंत नाल लगातार रख के। हरदम हवन करो याद दियां आहूतियां नाल। हरदम सिजदा करो लगातार हजूरी विच वस के। हुण अगला प्रसंग है श्री गुरु नानक देव जी ते शंकराचार्य, प्लातूस, सुकरात, अरस्तु, कांट, शापन हयूर आदि। शंकराचार्य, प्लातूस, कांट आदि ये सारे अवतार या पैगंबर नहीं पर फिलासफर होए हन। ये सारे ख्याल भाव आइडियालिज्म की पड़ताल वाले दाने सन। सुकरात जी ਦਾ ਨਾਈ ਤੇ ਜੀਵਨ ਦੀ ਵਰਤੋਂ ਦੇ ਦਰੁਸਤ ਕਰਨ ਦਾ ਆਦਰਸ਼ ਰੱਖਣ ਕਰਕੇ ਸੁਖੀ ਜੀਵਨ ਨੂੰ ਅਮਲੀ ਤੌਰ ਤੇ ਬਣਾਉਣ ਵੱਲ ਵਧੇਰੇ ਝੁਕੇ ਹੋਏ ਦਾਨੇ ਸਨ। ਪਲਾਸਤੂ ਜੀ ਆਈਡੀਅਲਿਸਟਿਕ ਫਿਲਾਸਫੀ ਦੇ ਆਚਾਰਿਆ ਹੋਏ ਹਨ। ਸੁਕਰਾਤ ਨੂੰ ਰੀਅਲਿਸਟਿਕ ਭਾਵ ਦ੍ਰਿਸ਼ਟਮਾਨ ਸੱਤ ਹੈ ਮੰਨਣ ਵਾਲੇ ਦਾਨੇ ਕਹਿਣਾ ਬਣਦਾ ਹੈ। ਉਹ ਅਮਲੀ ਜੀਵਨ ਤੇ ਕਰਮਾਂ ਵੱਲ ਰੁਖ ਰੱਖਦੇ ਸਨ। ਉਹ ਮੁਫੀਦ ਨੂੰ ਖੂਬਸੂਰਤ ਕਹਿੰਦੇ ਹੁੰਦੇ ਸਨ। ਇਹਨਾਂ ਨੇ ਯੂਨਾਨ ਵਿੱਚ ਇੱਕ ਵਾਹਿਗੁਰੂ ਹੈ ਦਾ ਖਿਆਲ ਫੈਲਾਇਆ ਤੇ ਇਸ ਬਦਲੇ ਜ਼ਹਿਰ ਦੇ ਕੇ ਮਾਰੇ ਗਏ। ਪਲਾਤੂਸ ਇਹਨਾਂ ਦੇ ਚੇਲੇ ਸਨ ਪਰ ਉਹਨਾਂ ਦੀ ਫਿਲਾਸਫੀ ਸ਼ੰਕਰਾਚਾਰਜ ਨਾਲ ਬਹੁਤ ਮਿਲਦੀ ਹੈ। ਅਰਥਾਤ ਉਹ ਖਿਆਲ ਦੀ ਪੜਤਾਲ ਦੇ ਦਾਨੇ ਆਈਡੀਅਲਿਸਟਿਕ ਸਨ। ਇਸੇ ਤਰ੍ਹਾਂ ਅਰਸਤੂ ਦੇ ਖਿਆਲ ਇਸੇ ਰੁਖ ਦੇ ਹਨ। ਇਹਨਾਂ ਦਾ ਮੰਤਕ ਸਾਡੇ ਗੌਤਮ ਦੇ ਨਿਆਏ ਦਰਸ਼ਨ ਨਾਲ ਕੁਝ ਮਿਲਦਾ ਹੈ। 2000 ਬਰਸ ਲਗਭਗ ਇਹਨਾਂ ਮਹਾਨ ਫਿਲਾਸਫਰਾਂ ਨੂੰ ਬੀਤ ਗਿਆ ਹੈ। ਇਸ ਅਰਸੇ ਵਿੱਚ ਸ਼ੰਕਰਾਚਾਰਜ ਜੀ ਹਿੰਦ ਵਿੱਚ ਹੋਏ ਜੋ ਫਿਲਾਸਫੀ ਦੇ ਖਿਆਲ ਵਿੱਚ ਇਹਨਾਂ ਤੋਂ ਬਹੁਤ ਉੱਚੇ ਉੱਠੇ ਅਤੇ ਉਧਰ ਜਰਮਨੀ ਵਿੱਚ ਹੁਣ ਕੈਂਟ, ਸ਼ਾਪਨ ਹਯੂਰ ਹੋ ਚੁੱਕੇ ਹਨ ਜਿਨ੍ਹਾਂ ਨੇ ਫਿਲਾਸਫੀ ਦੀਆਂ ਕਈ ਮੁਸ਼ਕਲਾਂ ਪੱਛੋਂ ਦੇ ਫਿਲਸਫੇ ਵਿੱਚ ਹੱਲ ਕੀਤੀਆਂ ਹਨ। ਇਹ ਦੋਏ ਹਿੰਦੀ ਫਿਲਸਫੇ ਦੇ ਜਾਣਨ ਵਾਲੇ ਵੀ ਸੇ। ਸਭ ਤੋਂ ਪਹਿਲੇ ਉਪਨਿਖਦਾਂ ਦੇ ਖਿਆਲ ਫਿਲਸਫੇ ਦਾ ਆਰੰਭ ਹਨ। ਤਦ ਤੋਂ ਹੁਣ ਤੱਕ ਇਹ ਇੱਕ ਸੁਆਦਲੀ ਮੁਤਾਲਿਆ ਹੈ ਕਿ ਇਨਸਾਨ ਦਾ ਖਿਆਲ ਫਿਲਸਫੇ ਵਿੱਚ ਕਿਉਂ ਵਧਿਆ ਤੇ ਤਰੱਕੀ ਕਰ ਗਿਆ। ਪਰ ਇਹ ਵਿਚਾਰ ਇੰਨਾ ਲੰਬਾ ਹੈ ਕਿ ਇੱਕ ਭਾਰੀ ਗ੍ਰੰਥ ਵਰਣਨ ਹੋ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਸਲੇਬਾਜ਼ੀ ਤੇ ਨਿਰੀ ਦਲੀਲੀ ਲਾਲਟੈਨਾਂ ਲੈ ਕੇ ਜਗਤ ਦੀਆਂ ਅਖੁੱਲ ਗੰਢਾਂ ਤੇ ਕਦੇ ਨਾ ਸੁਲਝੀਆਂ ਅੜਚਨਾਂ ਖੋਲ੍ਹਣ ਵਿੱਚ ਤੇ ਫੇਰ ਬਹਿਸਾਂ ਵਿੱਚ ਹੀ ਰੁੱਝੇ ਰਹਿਣ ਦੀ ਪਰ ਪਾਰਟੀ ਨਹੀਂ ਤੋਰੀ। ਗੁਰੂ ਨਾਨਕ ਦੇਵ ਜੀ ਮਨੁੱਖ ਆਚਰਨ ਨੂੰ ਉੱਚਾ ਕਰਦੇ ਤੇ ਅੰਦਰਲੇ ਨੂੰ ਅਨੁਭਵ ਵਿੱਚ ਲੈ ਜਾਂਦੇ ਸਨ। ਸੱਚ ਤਾਂ ਸਾਰਾ ਸਿਖਾਇਆ ਹੈ, ਰੂਹਾਨੀਅਤ ਸਿਖਾਈ ਹੈ। ਉਹਨਾਂ ਦੀ ਸਿੱਖਿਆ ਵਾਹਿਗੁਰੂ ਦੇ ਗਿਆਨ ਦਾ ਅਨੁਭਵ ਹੈ। ਉਸੇ ਵਿੱਚ ਫਿਲਸਫਾ ਵੀ ਹੈ, ਦਲੀਲ ਵੀ ਹੈ, ਪਰ ਨਾਮ, ਪ੍ਰੇਮ ਤੇ ਭਗਤੀ ਦੇ ਅਮਲੀ ਉੱਚੇ ਵਲਵਲੇ ਹਨ। ਫਿਰ ਉਹਨਾਂ ਨੇ ਬੁੱਧੀ ਤੋਂ ਅੱਗੇ ਸੁੱਧ ਜਾਂ ਸਿੱਧੀ ਤੇ ਵਿਸਮਾਦ ਦਾ ਪਤਾ ਦਿੱਤਾ ਹੈ। ਪਰ ਵਹਿਮੀ ਪੈਣਾ ਜਾਂ ਸੋਚੀ ਪੈ ਕੇ ਸੁਰਤ ਨੂੰ ਨਿਰਬਲ ਕਰਨਾ ਨਹੀਂ ਸਿਖਾਇਆ। ਫਿਰ ਆਪ ਆਖਸੋ ਅਸਾਂ ਕਿਉਂ ਫਿਲਾਸਫਰਾਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਚਲਾਇਆ ਹੈ? ਕੇਵਲ ਇਸ ਲਈ ਕਿ ਕਿਸੇ ਮਜ਼ਹਬ ਤੋਂ ਤੁਸੀਂ ਫਿਲਾਸਫੀ ਜਾਂ ਇਸ ਵਰਗੇ ਖਿਆਲਾਂ ਨੂੰ ਦੂਰ ਨਹੀਂ ਕਰ ਸਕਦੇ, ਜਾਂ ਤਾਂ ਮਜ਼ਹਬ ਕਿਸੇ ਇੱਕ ਫਿਲਾਸਫੀ ਦਾ ਚੱਲਦਾ ਹੈ
ਜਾਂ ਮਜ਼ਹਬ ਤੋਂ ਫਿਲਸਫਾ ਮੋਲ ਪੈਂਦਾ ਹੈ। ਕਿਸੇ ਨਾ ਕਿਸੇ ਤਰ੍ਹਾਂ ਦੋਹਾਂ ਦਾ ਕੁਝ ਨਾ ਕੁਝ ਤਾਲੁਕ ਜੁਦਾ ਨਹੀਂ ਹੋ ਸਕਦਾ। ਅਸਲ ਵਿੱਚ ਦਰੁਸਤ ਅਰਥਾਂ ਵਿੱਚ ਫਿਲਾਸਫੀ ਹੈ ਹੀ ਧਾਰਮਿਕ ਅਵਸਥਾ ਦੀ ਯਥਾਰਥ ਸਮਝ ਦਾ ਨਾਉ। ਧਰਮ ਜਾਂ ਮਜ਼ਹਬ ਅਮਲੀ ਜੀਵਨ ਤੇ ਧਰਮ ਦਾ ਦਾਰਸ਼ਨਿਕ ਪਹਿਲੂ ਹੈ। ਫਿਲਸਫਾ ਅਰਥਾਤ ਉਸ ਧਰਮ ਦੀ ਸੋਝੀ। ਬੁੱਧ ਜੀ ਨੇ ਪਵਿੱਤਰਤਾ ਸਿਖਾਈ, ਪਰ ਵਿੱਚੋਂ ਉਹਨਾਂ ਦੀ ਵੱਖਰੀ ਫਿਲਾਸਫੀ ਬਣ ਗਈ। ਜੈ ਦੇਵ ਤੇ ਗੋਰੰਗ ਨੇ ਕ੍ਰਿਸ਼ਨ ਦੀ ਪ੍ਰੀਤ ਵਿੱਚ ਸੰਗੀਤਕ ਲਹਿਰਾਓ ਖਾ ਕੇ ਪ੍ਰੇਮ ਜੀਵਨ ਪੈਦਾ ਕੀਤਾ, ਪਰੰਤੂ ਰਾਮਾਨੁਜ ਤੇ ਹੋਰ ਆਚਾਰਜਾਂ ਨੇ ਦਵੈਤ ਅਦਵੈਤ ਦੀ ਫਿਲਾਸਫੀ ਦਾ ਮੰਦਰ ਰਚਿਆ। ਇਸ ਕਰਕੇ ਅਸੀਂ ਅੱਜ ਦੇਖਣਾ ਹੈ ਕਿ ਸਮੁੱਚੇ ਤੌਰ ਤੇ 5-6 ਹਜ਼ਾਰ ਵਰਸ ਵਿੱਚ ਜੋ ਕੁਝ ਫਿਲਾਸਫੀ ਦੇ ਨਾਮ ਹੇਠ ਬਣਿਆ ਹੈ, ਕਾਂਟ ਨਾਮੇ ਫਿਲਾਸਫਰ ਨੇ ਇਸ ਦੀ ਇੱਕ ਅਨੋਖੇ ਤਰਜ ਦੀ ਵਿਆਖਿਆ ਕੀਤੀ ਹੈ। ਗੁਰੂ ਨਾਨਕ ਦੀ ਮੱਤ ਸੁਮੱਤ ਸਾਨੂੰ ਉਸ ਦੇ ਸੰਬੰਧ ਵਿੱਚ ਕਿੱਥੇ ਕੁ ਲੈ ਜਾਂਦੀ ਹੈ। ਕਾਂਟ ਦੀ ਸਮਝ ਇੱਥੇ ਆਈ ਹੈ ਕਿ ਸਾਡੇ ਮਨ ਦੀ ਅਸਲੀ ਬਨਾਵਟੀ ਦਸ਼ਾ ਦੇਸ਼ ਕਾਲ ਨਿਮਿਤ ਨਾਲ ਬਣੀ ਹੈ, ਅਰਥਾਤ ਅਸੀਂ ਕਿਸੇ ਐਸੇ ਖਿਆਲ ਨੂੰ ਖਿਆਲ ਹੀ ਨਹੀਂ ਕਰ ਸਕਦੇ ਜਿਸ ਵਿੱਚ ਸਮੇਂ ਦਾ ਖਿਆਲ, ਦੇਸ਼ ਅਰਥਾਤ ਵਿੱਥ ਦਾ ਖਿਆਲ ਨਾ ਹੋਵੇ, ਜਿਸ ਵਿੱਚ ਕਾਰਨ ਦਾ ਪ੍ਰਭਾਵ ਮੌਜੂਦ ਨਾ ਹੋਵੇ। ਪਹਿਲੇ ਫਿਲਾਸਫਰਾਂ ਦਾ ਖਿਆਲ ਸੀ ਕਿ ਇਹ ਦਿਸਣ ਵਾਲਾ ਸੰਸਾਰ ਦੇਸ਼ ਕਾਲ ਨਿਮਿਤ ਵਿੱਚ ਹੈ, ਭਾਵ ਟਾਈਮ ਅਤੇ ਸਪੇਸ ਵਿੱਚ ਹੈ। ਪਰ ਹੁਣ ਕਾਂਟ ਆਦਿ ਸਿਆਣਿਆਂ ਨੇ ਮੰਨਿਆ ਹੈ ਕਿ ਦੇਸ਼ ਕਾਲ ਨਿਮਿਤ ਸਾਡੇ ਮਨ ਦੀ ਸਰੀਸ਼ਤ ਵਿੱਚ ਹੈ। ਸਾਡਾ ਮਨ ਇਹਨਾਂ ਨਾਲ ਉਪਾਦਿਤ ਹੈ। ਇਸ ਦੀ ਪਹਿਲੀ ਦਸ਼ਾ ਇਹੋ ਹੈ। ਦੂਜਾ ਖਿਆਲ ਇਹੋ ਹੈ ਕਿ ਜਦ ਸਾਨੂੰ ਸੁੰਦਰਤਾ ਦਾ ਝਲਕਾ ਵੱਜੇ, ਤਦੋਂ ਸਾਡਾ ਮਨ ਥੋੜ੍ਹੇ ਕਾਲ ਲਈ ਅਡੋਲ ਜਾਂ ਗੁੰਮ ਹੋ ਜਾਂਦਾ ਹੈ, ਅਰਥਾਤ ਆਪਣੇ ਸੋਚਣ ਜਾਣਨ ਪ੍ਰਤੀਤ ਕਰਨ ਦੇ ਤਰਾਏ ਕੰਮ ਛੱਡ ਦਿੰਦਾ ਹੈ। ਉਸ ਵੇਲੇ ਸਾਡੀ ਜੋ ਦਸ਼ਾ ਹੁੰਦੀ ਹੈ, ਇੱਕ ਤਰ੍ਹਾਂ ਦੇ ਰਸ ਦਾ ਸਵਾਦ ਹੁੰਦਾ ਹੈ। ਇਸ ਵੇਲੇ ਅਗੰਮ ਅਕੈ ਅਥਾ ਪਾਰ ਬ੍ਰਹਮ ਅਵਸਥਾ ਵਿੱਚ ਸਾਡੀ ਝਾਤ ਪੈਂਦੀ ਹੈ। ਪਰ ਇਹ ਦਸ਼ਾ ਖਿੰਨ ਭੰਗਰ ਹੁੰਦੀ ਹੈ, ਲਗਾਤਾਰ ਨਹੀਂ ਹੁੰਦੀ। ਜਦ ਤੱਕ ਸਾਡਾ ਮਨ ਦੇਸ਼ ਕਾਲ ਨਿਮਿਤ ਵਿੱਚ ਹੈ, ਰੱਬ ਨੂੰ ਨਹੀਂ ਜਾਣ ਸਕਦਾ, ਕਿਉਂਕਿ ਉਹ ਦੇਸ਼ ਕਾਲ ਵਿੱਚ ਆ ਨਹੀਂ ਸਕਦਾ। ਦੇਸ਼ ਕਾਲ ਅਨਵਛਿੰਨਾ ਸ਼ੰਕਰਾਚਾਰਜ ਤੇ ਸਰਬ ਵਿਕਰਿਆ ਰਹਿਤ ਬ੍ਰਹਿ ਉਪਨਿਖਦ ਵਿੱਚੋਂ। ਸੋ ਉਸ ਦਾ ਖਿਆਲ ਉਹ ਮਨ ਨਹੀਂ ਕਰ ਸਕਦਾ ਜੋ ਦੇਸ਼ ਕਾਲ ਬਿਨਾਂ ਕੋਈ ਖਿਆਲ ਹੀ ਨਹੀਂ ਕਰ ਸਕਦਾ। ਹੁਣ ਆਓ ਗੁਰੂ ਨਾਨਕ ਦੇਵ ਜੀ ਦੇ ਪ੍ਰਤੱਖ ਵਰਤੋਂ ਤੇ ਕਰਕੇ ਦੱਸ ਦੇਣ ਤੇ ਪੁਚਾ ਦੇਣ ਵਾਲੇ ਅਮਲੀ ਜੀਵਨ ਵੱਲ ਨਜ਼ਰ ਪਾਈਏ। ਜਾਪਦਾ ਹੈ ਕਿ ਉਹਨਾਂ ਨੂੰ ਇਹ ਸਾਰੀ ਸੋਝੀ ਸੀ, ਪਰ ਅਮਲੀ ਆਤਮਕ ਤਰੀਕੇ ਨਾਲ ਸੀ ਤੇ ਪ੍ਰਤੱਖ ਸੀ। ਚੁਣਾਂ 'ਚ ਉਹਨਾਂ ਨੇ ਉਸ ਰੱਬ ਨੂੰ ਜੋ ਸੁੰਦਰਤਾ ਦੇ ਝਲਕਾਰੇ ਤੋਂ ਸਾਡੇ ਵਿੱਚ ਸਮਾਧੀ ਅਵਸਥਾ ਜਾਂ ਦੇਸ਼ ਕਾਲ ਨਿਮਿਤ ਤੋਂ ਉਚੇਰੀ ਅਵਸਥਾ ਪੈਦਾ ਕਰਦਾ ਹੈ, ਵਿਸਮਾਦ ਹੇਠ ਵਰਣਨ ਕੀਤਾ ਹੈ। ਇੱਥੇ ਵਿਸਥਾਰ ਦਾ ਸਮਾਂ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਇਸ ਦਸ਼ਾ ਤੇ ਦਰਜਿਆਂ ਦਾ ਵੀ ਵਰਣਨ ਹੈ। ਵਿਸਮਾਦ ਇੱਕ ਉੱਚੀ ਅਵਸਥਾ ਹੈ ਜਿਸ ਤੋਂ ਸਾਨੂੰ ਪਾਰਲਾ ਅਨੁਭਵ ਛੂਹ ਜਾਂ ਗੋਤਾ ਮਿਲਦਾ ਹੈ। ਸਾਡੀ ਜਾਚੇ ਜਗਤ ਵਿੱਚ ਪਹਿਲੇ ਦਾਨੇ ਗੁਰੂ ਨਾਨਕ ਦੇਵ ਜੀ ਹੋਏ ਹਨ, ਜਿਨ੍ਹਾਂ ਨੇ ਅੱਜ ਤੋਂ 450 ਵਰਸ ਪਹਿਲਾਂ
ਵਿਸਮਾਦ ਦਾ ਅਨੁਭਵ ਕਰਕੇ ਇਸ ਦਾ ਹਾਲ ਵਰਣਨ ਕੀਤਾ ਹੈ। ਫਿਰ ਮਸਲੇਬਾਜ਼ੀ ਜਾਂ ਦੇਸ਼ ਕਾਲ ਨਿਮਿਤ ਦੀ ਵਿਚਾਰ ਦਾ ਵਿਸਥਾਰ ਤਾਂ ਬਿਆਨ ਨਹੀਂ ਕੀਤਾ, ਪਰੰਤੂ ਅਮਲੀ ਤਰੀਕਾ ਜੋ ਸਾਈਂ ਪ੍ਰਾਪਤੀ ਦਾ ਗੁਰੂ ਜੀ ਨੇ ਦੱਸਿਆ ਹੈ, ਉਹ ਫਿਲਾਸਫੀ ਦੇ ਇਸ ਨੁਕਤਾ ਖਿਆਲ ਤੋਂ, ਦੇਸ਼ ਕਾਲ ਨਿਮਿਤ ਤੋਂ ਆਜ਼ਾਦ ਕਰਕੇ ਆਤਮਾ ਨੂੰ ਨਿਜ ਘਰ ਨੂੰ ਲੈ ਜਾਣ ਵਾਲਾ ਹੈ। ਫਿਲਾਸਫੀ ਆਖਦੀ ਹੈ ਕਿ ਜੇ ਵਿਸਮਾਦ ਦੀ ਦਸ਼ਾ ਲਗਾਤਾਰ ਹੋ ਜਾਏ, ਦੇਸ਼ ਕਾਲ ਨਿਮਿਤ ਸਾਡੇ ਮਨ ਤੋਂ ਦੂਰ ਹੋ ਜਾਏ, ਜਾਂ ਇਹ ਮਨ ਅਮਨ ਹੋ ਜਾਏ, ਤਾਂ ਸਾਡੀ ਅੰਦਰਲੀ ਜੀਵਨ ਕਣੀ ਅਨੰਤ ਵਿੱਚ ਅੱਪੜ ਜਾਏਗੀ। ਹੁਣ ਲਓ ਤ੍ਰੈ ਗੱਲਾਂ ਤੇ ਗੁਰੂ ਨਾਨਕ ਦੇਵ ਦੇ ਤ੍ਰੈ ਕਮਾਲ। ਕਾਲ ਇੱਕ ਗੱਲ ਦੇ ਬਾਅਦ ਦੂਸਰੀ ਹੁੰਦੀ ਜਾਣੀ ਸਾਨੂੰ ਕਾਲ ਦਾ ਪਤਾ ਦਿੰਦੀ ਹੈ। ਹੋਣੀਆਂ ਦੀ ਤਰਤੀਬ ਇੱਕ ਦੂਸਰੇ ਦੇ ਬਾਅਦ ਹੋਣ ਦੀ ਦਾ ਨਾਮ ਕਾਲ ਹੈ। ਹੁਣ ਜੇ ਇੱਕ ਗੱਲ ਲਗਾਤਾਰ ਸ਼ੁਰੂ ਹੋ ਜਾਵੇ ਪਰ ਮਨ ਹੋਰਨਾਂ ਗੱਲਾਂ ਦੇ ਹੋਣ ਤੋਂ ਮੁੜਦਾ ਇੱਕੋ ਲਗਨ ਵਿੱਚ ਹਰ ਵੇਲੇ ਪੈ ਜਾਵੇ, ਤਾਂ ਕਾਲ ਦਾ ਗਿਆਨ ਭੂਤ ਭਵਿੱਖ ਤੋਂ ਨਿਕਲ ਕੇ ਇੱਕੋ ਹੁਣ ਵਿੱਚ ਰੌ ਪਾ ਜਾਏਗਾ। ਹੁਣ ਦੇ ਸਮੇਂ ਵਿੱਚ ਆਇਨਸਟਾਈਨ ਇੱਕ ਮੈਥਮੈਟਿਕਸ ਦੀ ਵਿਦਿਆ ਦੇ ਕਮਾਲ ਦੇ ਦਾਨੇ ਨੇ ਕਾਲ ਨੂੰ ਦੇਸ਼ ਦੀ ਚੌਥੀ ਲਾਭ ਵਰਣਨ ਕੀਤਾ ਹੈ। ਪ੍ਰਕਿਰਤੀ ਨੂੰ ਉਸ ਵਰਗੇ ਦਾਨਿਆਂ ਨੇ ਦੇਸ਼ ਭਾਵ ਸਪੇਸ ਦੀ ਵਿੰਗ ਦੱਸਿਆ ਹੈ। ਅਚਰਜ ਨਹੀਂ ਕਿ ਚੌਥੀ ਲਾਭ ਨੇ ਇਸ ਤੋਂ ਅਗਲੀਆਂ ਲਾਭਾਂ ਦੇ ਜਗਤ ਨੂੰ ਅਨੁਭਵ ਕਰਨ ਦਾ ਕੋਈ ਅੰਦਰਲਾ ਸੰਦ ਇਨਸਾਨ ਵਿੱਚ ਤਰੱਕੀ ਕਰਕੇ ਇਉਂ ਜਾਗ ਪਵੇ ਜਿਵੇਂ ਪਸ਼ੂ ਮੱਤ ਤੋਂ ਉਚੇਰੀ ਬੁੱਧੀ ਦਾ ਸੰਦ ਇਨਸਾਨ ਵਿੱਚ ਉਪਜਿਆ ਸੀ। ਹਰ ਛਿਣ ਵਿੱਚ ਵਾਹਿਗੁਰੂ ਵਿੱਚ ਖਿਆਲ ਦਾ ਰਹਿਣਾ ਉਸ ਛਿਣ ਨੂੰ, ਜੋ ਇੱਕ ਨੁਕਤਾ ਹੈ, ਲਗਾਤਾਰਤਾ ਨਾਲ ਦ੍ਰਿੜ ਕਰਦਾ ਹੈ। ਜਦ ਖਿਆਲ ਇੱਕ ਨਾਮ ਵਿੱਚ ਹੈ, ਤਦ ਜੋ ਛਿਣ ਲੰਘ ਗਈ ਹੈ ਉਸ ਵਿੱਚ ਜਾਵੇਗਾ ਹੀ ਨਹੀਂ, ਤੇ ਹਰ ਛਿਣ ਜੋ ਹੁਣ ਬਣ ਗਈ ਹੈ ਉਸ ਵਿੱਚ ਵਾਹਿਗੁਰੂ ਤੋਂ ਖਿਆਲ ਉਖੜਨ ਨਹੀਂ ਦੇਣਾ, ਤਦ ਭਵਿੱਖ ਵਿੱਚ ਜਾਣੋ ਰੁਕੇਗਾ, ਤੇ ਹਰ ਭਵਿੱਖ ਦੀ ਛਿਣ ਨੇ ਹੁਣ ਬਣਦੇ ਜਾਣਾ ਹੈ। ਇਸ ਤਰ੍ਹਾਂ ਹੁਣ ਵਿੱਚ ਨਾਮ ਟਿਕਾ ਦੇਵੇਗਾ। ਸਾਡੀ ਹੁਣ ਸदैवी ਹੁਣ ਬਣ ਜਾਏਗੀ। ਨਾਮ ਵਿੱਚ ਸਥਿਤ ਅਭਿਆਸੀ ਦਾ ਕਾਲ ਦਾ ਫੈਲਾਓ ਇਸ ਸदैवी ਹੁਣ ਇਸ ਇਟਰਨਲ ਨਾਉ ਵਿੱਚ ਆ ਟਿਕੇਗਾ। ਇਹ ਟਿਕਾਓ ਇੱਕ ਨੁਕਤੇ ਤੇ ਹੋ ਜਾਵੇਗਾ, ਅਰਥਾਤ ਕਾਲ ਇੱਕ ਨੁਕਤੇ ਪਰ ਰਹਿ ਜਾਏਗਾ। ਇਹ ਨੁਕਤਾ ਹੋਵੇਗਾ ਤਾਂ ਇੱਕ ਕਾਲ, ਪਰ ਅਕਾਲ ਵਰਗਾ। ਨੁਕਤਾ ਉਹ ਸ਼ੈ ਹੈ ਜੋ ਹੈ ਸਹੀ, ਪਰ ਉਸ ਦੀ ਲੰਬਾਈ, ਚੌੜਾਈ, ਉਚਾਈ, ਮੈਗਨੀਚਿਊਡ ਕੋਈ ਨਹੀਂ ਹੈ। ਸਿੱਧ ਹੋਇਆ ਕਿ ਨਾਮ ਨਾਲ ਕਾਲ ਦਾ ਖਿਆਲ ਇੱਕ ਐਸੇ ਨੁਕਤੇ ਤੇ ਆ ਟਿਕੇਗਾ ਕਿ ਜੋ ਹੋਵੇਗਾ ਵੀ, ਪਰ ਅਣਹੋਏ ਵਰਗਾ। ਜੇਕਰ 1 ਫੁੱਟ ਲੰਮੀ ਚੀਜ਼ ਨੂੰ ਅੱਧ ਕਰੋ, ਇਸ ਦਾ ਅੱਧ ਲੈ ਕੇ ਉਸ ਦਾ ਫਿਰ ਅੱਧ ਕਰੋ। ਹੁਣ ਜੋ ਅਗਲੇ ਤੋਂ ਅਗਲੇ ਦਾ ਅੱਧ ਲੈ ਕੇ ਉਸ ਦਾ ਅੱਧ ਕਰੀ ਚੱਲੋ, ਤਾਂ ਇਉਂ ਕਰਦੇ ਕਰਦੇ ਕਿਤੇ ਜਾ ਕੇ ਦੇਖੋਗੇ ਕਿ ਬਾਕੀ ਅੱਧ ਕੀ ਰਹਿ ਗਿਆ। ਉਹ ਹੋਵੇਗਾ ਤਾਂ ਸਹੀ ਕੁਝ, ਪਰ ਅਣਹੋਏ ਵਰਗਾ। ਹੱਥ ਨਾਲ ਤੁਸੀਂ ਉਸ ਦਾ ਅੱਧ ਕਰਨ ਨੂੰ ਸਮਰੱਥ ਨਹੀਂ ਹੋਵੋਗੇ, ਪਰ ਕਾਗਜ਼ ਉੱਤੇ ਹਿਸਾਬ ਨਾਲ ਉਸ ਅੱਧ ਦਾ ਅੱਧ ਬੇਸ਼ੱਕ ਕਰੀ ਚੱਲੋਗੇ, ਸੋ ਉਹ ਹੋਊ ਵੀ ਤੇ ਨਹੀਂ ਵੀ। ਦੇਸ਼ ਇਸੇ ਤਰ੍ਹਾਂ, ਦੇਸ਼ ਸਪੇਸ ਉਹ ਹੈ ਜਿਸ ਵਿੱਚ ਦ੍ਰਿਸ਼ਟਮਾਨ ਪਦਾਰਥ ਇੱਕ ਦੂਸਰੇ ਦੇ ਵੱਲ ਜੋ ਪਰਸਪਰ ਵਿਥਾਂ ਰੱਖਦੇ ਹਨ ਜਾਣਿਆ ਜਾਏ। ਇਹ ਦਿਸਦਾ ਪੁਲਾੜ ਜਾਂ ਵਿਥ ਇੱਕ ਪਦਾਰਥ ਤੋਂ ਦੂਸਰੇ ਦੇ ਵਿੱਚ ਜੋ ਅੰਤਰਾ ਹੈ, ਸੋ ਦੇਸ਼ ਹੈ।
ਚੀਜ਼ਾਂ ਦੀ ਤਰਤੀਬ ਉਹਨਾਂ ਦੇ ਆਪੋ ਵਿੱਚ ਜਗ੍ਹਾ ਦੇ ਮੁਤਾਬਕ ਦਾ ਨਾਮ ਦੇਸ਼ ਹੈ। ਗੁਰੂ ਜੀ ਨੇ ਦੂਸਰਾ ਸਾਧਨ ਧਿਆਨ ਦੱਸਿਆ ਹੈ। ਧਿਆਨ ਅਭਿਆਸੀ ਨੂੰ ਇੱਕ ਨੁਕਤੇ ਉੱਤੇ ਟਿਕਾਉਂਦਾ ਹੈ। ਜਦ ਮਨ ਹਰ ਛਿਣ ਇੱਕ ਨਾਮ ਜਪਦਾ ਹੈ ਅਤੇ ਵਾਹਿਗੁਰੂ ਹੈ ਇੱਕ ਇਸ ਨੁਕਤੇ ਉੱਤੇ ਧਿਆਨ ਜਪਾਉਂਦਾ ਹੈ, ਤਦ ਖਿਆਲ ਦੇਸ਼ ਭਾਵ ਸਪੇਸ ਤੇ ਸਾਰੇ ਫੈਲਾਓ ਤੋਂ ਇੱਕ ਨੁਕਤੇ ਤੇ ਜੰਮਦਾ ਹੈ। ਜਦੋਂ ਸੰਪੂਰਨ ਤੌਰ ਤੇ ਇੱਕ ਨੁਕਤੇ ਤੇ ਜੰਮ ਜਾਂਦਾ ਹੈ, ਤਦ ਦੇਸ਼ ਦਾ ਖਿਆਲ ਸਾਡੇ ਖਿਆਲ ਵਿੱਚੋਂ ਮਾਨੋ ਦੇਸ਼ ਰਹਿਤ ਹੋ ਜਾਂਦਾ ਹੈ ਤਾਂ ਉਹ ਨੁਕਤਾ ਦੇਸ਼ ਦਾ, ਪਰ ਨਾ ਹੋਏ ਵਰਗਾ ਹੈ। ਸਿੱਧ ਹੋਇਆ ਕਿ ਧਿਆਨ ਨਾਲ ਖਿਆਲ ਭਾਵ ਸਪੇਸ ਦੇ ਇੱਕ ਐਸੇ ਨੁਕਤੇ ਤੇ ਆ ਟਿਕੇਗਾ ਜੋ ਹੋਵੇਗਾ ਵੀ ਤੇ ਨਹੀਂ ਵੀ ਹੋਵੇਗਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।